ਵੈਲਕਮ ਟੂ ਸੈਂਚੁਰੀ ਇੰਟਰਨੈਸ਼ਨਲ ਸਕੂਲਸ ਵਰਚੁਅਲ ਕਲਾਸਿਸ। ਬੇਟਾ ਅੱਜ ਆਪਣੀ ਗ੍ਰਾਮਰ ਦੀ ਕਲਾਸ ਹੈ। ਤੁਸੀਂ ਜਲਦੀ ਹੀ ਬੁੱਕ ਕੱਢੋ ਗ੍ਰਾਮਰ ਦੀ। ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਚੈਪਟਰ ਨੰਬਰ 2 ਸਿੰਗੂਲਰ ਐਂਡ ਪਲੂਰਲ ਨਾउन्स। ਠੀਕ ਹੈ, ਤੇ ਸਿੰਗੂਲਰ ਤੇ ਪਲੂਰਲ ਦਾ ਬਦਲ ਮਤਲਬ ਸਮਝ ਲਓ। ਸਿੰਗੂਲਰ ਮਤਲਬ ਇੱਕ, ਠੀਕ ਹੈ, ਸਿੰਗਲ ਪਰਸਨ ਜਾਂ ਕਹਿ ਦਈਏ ਇੱਕ ਜਣਾ, ਇੰਡੀਵਿਜੂਅਲ ਪਰਸਨ ਔਰ ਇੰਡੀਵਿਜੂਅਲ ਥਿੰਗ, ਠੀਕ ਹੈ, ਸਿੰਗਲ। ਤੇ ਬੇਟਾ ਪਲੂਰਲ ਕਿਹਨੂੰ ਕਹਿੰਦੇ ਆਪਾਂ? ਪਲੂਰਲ ਹੁੰਦਾ ਜਦੋਂ ਜ਼ਿਆਦਾ ਜਾਣੇ, ਮੈਨੀ, ਠੀਕ ਹੈ, ਇੱਕ ਦੋ ਜਾਂ ਦੋ ਤੋਂ ਜ਼ਿਆਦਾ, ਇੱਕ ਤੋਂ ਜ਼ਿਆਦਾ ਜਦੋਂ ਉਹਨੂੰ ਉਦੋਂ ਆਪਾਂ ਪਲੂਰਲ ਵਰਡ ਯੂਜ਼ ਕਰਦੇ ਹਾਂ। ਜਦੋਂ ਸਿੰਗਲ ਜਾਣੇ ਦੀ ਗੱਲ ਹੋ ਰਹੀ ਹੋਵੇ ਉਦੋਂ ਆਪਾਂ ਸਿੰਗੂਲਰ ਵਰਡ ਯੂਜ਼ ਕਰਦੇ। ਜਿਵੇਂ ਮੈਂ ਕਹਾਂ ਐਪਲ, ਠੀਕ ਹੈ, ਐਨ ਐਪਲ, ਤੇ ਇਹ ਕੀ ਹੈ? ਸਿੰਗੂਲਰ ਹੈ। ਹਜੇ ਮੈਂ ਨਾउन ਦੀ ਗੱਲ ਕੁਛ ਨਹੀਂ ਕੀਤੀ, ਸਿਰਫ ਮੈਂ ਦੱਸਣ ਦਿਆਂ ਕਿ ਸਿੰਗੂਲਰ ਦਾ ਮਤਲਬ ਕੀ ਹੁੰਦਾ ਤੇ ਪਲੂਰਲ ਦਾ ਮਤਲਬ ਕੀ ਹੁੰਦਾ। ਪਰ ਮੈਂ ਕਹਾਂ ਜੇ ਐਪਲਸ, ਈਐਸ ਹੈ ਨਾ, ਈ ਐਗ ਨਾਲ ਕੀ ਲੱਗੇ ਐਸ, ਇਹ ਜ਼ਿਆਦਾ ਹੋ ਗਏ, ਇਹ ਆਪਾਂ ਵਰਡ ਨਾਲ ਕਾਹਦੇ ਵਾਸਤੇ ਹੋ ਗਿਆ? ਪਲੂਰਲ। ਆਈ ਸਮਝ ਇੰਨੀ? ਇਹ ਹੋਪ ਇੰਨੀ ਤਾਂ ਲੱਗ ਹੀ ਗਈ ਹੋਊਗੀ, ਠੀਕ ਹੈ। अगर इन्नी समझ आ गई तो आप करिए स्टार्ट। चलो, सिंगुलर एंड प्लूरल नाउन्स। इतने बेटा जिवें साफ लिखा है वन, वन एंड मैनी। नाउ सिंगुलर नाउन्स की होंगे? नाउन्स विच आर यूज्ड फॉर वन पर्सन, एनीमल, प्लेस और थिंग्स। ਆਪਾਂ ਉਸ ਦਿਨ ਪੜ੍ਹੇ ਸੀ ਇਕੱਲੇ ਨਾउन ਬਾਰੇ। ਨਾउन ਕੀ ਹੁੰਦਾ ਸੀ? ਆ ਪਰਸਨ, ਐਨੀਮਲ, ਪਲੇਸ ਔਰ ਥਿੰਗ। ਹੁਣ ਕੀ ਹੈ? ਨਾਲ ਇੱਕ ਵਰਡ ਯੂਜ਼ ਕਰ ਲਿਆ ਆਪਾਂ ਵਨ, ਠੀਕ ਹੈ। ਜਦੋਂ ਇੱਕ ਜਾਣੇ ਦੀ ਗੱਲ ਹੋਊਗੀ ਉਦੋਂ ਸਿੰਗੂਲਰ, ਜਦੋਂ ਇੱਕ ਤੋਂ ਜ਼ਿਆਦਾ ਦੀ ਜਾਣਿਆਂ ਦੀ ਗੱਲ ਹੋਊਗੀ ਉਦੋਂ ਪਲੂਰਲ। ਨਾउन्स यूज फॉर मोर देन वन, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਣਾ। ਬਾਕੀ ਤਾਂ ਸਾਰੀ ਨਾउन ਦੀ ਡੈਫੀਨੇਸ਼ਨ ਹੀ ਪਰਸਨ, ਐਨੀਮਲ, ਪਲੇਸ ਔਰ ਥਿੰਗ ਨੂੰ ਕੀ ਕਹਿੰਦੇ ਆਪਾਂ? ਨਾउन। ਅਗਰ ਜੇ ਇੱਕ ਤੋਂ ਜ਼ਿਆਦਾ ਹੈ ਉਹਨੂੰ ਪਲੂਰਲ ਨਾउन, ਅਗਰ ਸਿੰਗਲ ਹੀ ਇੱਕ ਹੀ ਹੈ ਤੇ ਉਹਨੂੰ ਸਿੰਗੂਲਰ ਨਾउन, ਠੀਕ ਹੈ। ਹੁਣ ਜਿਵੇਂ ਬੜਾ ਹੀ ਸਿੰਪਲ ਚੀਜ਼ ਹੈ ਇਹਦਾ। ਹੁਣ ਟੇਬਲ 'ਚ ਆਪਾਂ ਵੇਖਦੇ ਹਾਂ, ਜਦੋਂ ਜ਼ਿਆਦਾਤਰ ਕੀ ਕਹਿੰਦੇ ਆ ਕਿ ਜਿਵੇਂ ਔਰੇਂਜ ਆ, ਮੰਨ ਲਓ ਔਰੇਂਜ ਦੀ ਜਗ੍ਹਾ ਤੇ ਆਪਾਂ ਔਰੇਂਜਿਸ ਲਿਖ ਦਈਏ, ਤੇ ਫਰਕ ਕੀ? ਔਰੇਂਜ ਇੱਕ ਆ, ਔਰੇਂਜਿਸ ਮਤਲਬ ਜ਼ਿਆਦਾ ਆ, ਮੋਰ ਆ, ਹਨਾ, ਵਨ ਤੋਂ ਜ਼ਿਆਦਾ ਆ। ਔਰੇਂਜ ਦੇ ਬਾਅਦ ਔਰੇਂਜ ਲਿਖਿਆ ਤੇ ਆਪਾਂ ਸਿਰਫ ਐਸ ਪਾਉਣ ਦੀ ਲੋੜ ਪਈ ਤੇ ਆਪਣਾ ਉਹ ਪਲੂਰਲ ਬਣ ਜਾਂਦਾ। ਜ਼ਿਆਦਾਤਰ ਕੇਸਾਂ ਜ਼ਰੂਰੀ ਨਹੀਂ, ਕਈਆਂ 'ਚ ਈਐਸ ਵੀ ਲੱਗਦਾ, ਉਹ ਡਿਪੈਂਡ ਕਰਦਾ। ਜਿਵੇਂ ਹੈਂਡ ਸਿੰਗੂਲਰ ਆ ਤੇ ਹੈਂਡਸ ਪਲੂਰਲ ਬਣ ਗਿਆ ਜ਼ਿਆਦਾ। ਰੈਬਿਟ ਇੱਕ ਆ ਤੇ ਰੈਬਿਟਸ ਜ਼ਿਆਦਾ ਹੋ ਗਏ। ਕੀ ਇੱਕ ਚਾਬੀ ਤੇ ਕੀਜ਼ ਦੋ, ਦੋ ਤੋਂ ਜ਼ਿਆਦੀਆਂ। ਕਲੌਕ ਤੇ ਕਲੌਕਸ, ਠੀਕ ਹੈ, ਕਲੌਕ ਇੱਕ ਆ ਤੇ ਕਲੌਕਸ ਜ਼ਿਆਦਾ ਹੋ ਗਈਆਂ, ਠੀਕ ਹੈ। ਹੁਣ ਇਹ ਜਿਹੜਾ ਐਸ ਵਾਲੇ ਤੁਹਾਨੂੰ ਦੱਸੇ ਜਿਹੜੇ ਜਿਨ੍ਹਾਂ ਦੇ ਐਸ ਲੱਗਦਾ, ਹੁਣ ਈਐਸ ਵਾਲੇ ਵੀ ਹੈਗੇ ਜਿਨ੍ਹਾਂ ਦੇ ਈਐਸ ਵੀ ਲੱਗਦਾ ਕਈਆਂ 'ਚ। ਜਿਵੇਂ ਸਿੰਗੂਲਰ, ਜਿਵੇਂ ਬਾਕਸ ਇੱਕ ਡੱਬਾ ਹੈ, ਡੱਬੇ ਤੋਂ ਆਪਾਂ ਕੀ ਬਣਦੇ ਆ? ਡੱਬੇ। ਤੁਸੀਂ ਹਿੰਦੀ 'ਚ ਪੜ੍ਹਦੇ ਸੀ ਨਾ, ਡੱਬਾ, ਡੱਬੇ, ਘੜੀ, ਘੜੀਆਂ, ਠੀਕ ਹੈ, ਲੜਕਾ, ਲੜਕੇ, ਬਾਕਸ, ਬਾਕਸਿਸ ਤੇ ਈਐਸ ਲੱਗ ਗਿਆ। ਪਿਚ, ਪਿਚਿਸ, ਵਿਸ਼, ਵਿਸ਼ਿਸ, ਡਿਸ਼, ਡਿਸ਼ਿਸ, ਇੱਕ ਡਿਸ਼ ਤੇ ਜ਼ਿਆਦਾ ਡਿਸ਼ਿਸ, ਠੀਕ ਹੈ। ਇਹ ਤੁਸੀਂ ਸਮਝ ਲੈਣਾ ਆਪੇ। ਹੁਣ ਪੋਟੈਟੋ, ਪੋਟੈਟੋ ਆਲੂ, ਜ਼ਿਆਦਾ ਆਲੂ, ਟਮਾਟੋ, ਟਮਾਟਰ ਤੇ ਟਮਾਟਰ, ਠੀਕ ਹੈ। ਕਈ ਵਾਰ ਹੁਣ ਵਰਡ ਬੇਟਾ ਕਿ ਆਪਾਂ ਪੰਜਾਬੀ 'ਚ ਬੋਲਾਂਗੇ ਤਾਂ ਇੱਕੋ ਜਿਹੇ ਲੱਗਣਗੇ, ਪਰ ਆਪਾਂ ਨੂੰ ਪਤਾ ਹੈ ਕਿ ਇੱਕ ਟਮਾਟਰ ਤੇ ਜ਼ਿਆਦਾ ਟਮਾਟਰ ਈਐਸ ਲੱਗ ਜਾਣਾ ਨਾਲ। ਹੀਰੋ, ਹੀਰੋਜ਼, ਜ਼ੀਰੋ, ਜ਼ੀਰੋਜ਼। ਕਈ ਕਹਿੰਦੇ ਜਿਹੜੇ ਅੱਖਰ ਜਿਹੜੇ ਆ ਉਹ ਦੇ ਨਾਲ ਐਂਡ ਹੁੰਦੇ ਨਾ, ਉਹਨਾਂ ਨਾਲ ਜ਼ਿਆਦਾਤਰ ਈਐਸ ਹੀ ਲੱਗਦਾ ਹੈ ਜਦੋਂ ਆਪਾਂ ਉਹਨੂੰ ਪਲੂਰਲ 'ਚ ਕਨਵਰਟ ਕਰਨਾ ਹੋਵੇ। ਤੇ ਹੁਣ ਕਈ ਵਰਡ ਜਿਵੇਂ ਆਪ ਕੋ ਇਹੋ ਜਿਹੇ ਵਰਡ ਜਿਹੜੇ ਓਨ ਐਂਡ ਹੁੰਦੇ ਇਹਨਾਂ ਨਾਲ ਇਕੱਲਾ ਐਸ ਲੱਗਾ। ਸੋ ਜ਼ਰੂਰੀ ਨਹੀਂ ਆਪਾਂ ਇਹ ਚੀਜ਼ ਪੜ੍ਹਨੀ ਹੈ, ਇਹ ਡਿਪੈਂਡ ਕਰਦਾ ਆਪਾਂ ਨੂੰ ਸਪੈਲਿੰਗ 'ਤੇ, ਠੀਕ ਹੈ। ਸਪੈਲਿੰਗ ਯਾਦ ਰੱਖਣਾ। ਡਿਸਕੋ, ਡਿਸਕੋਸ, ਫੋਟੋ, ਫੋਟੋਸ, ਪਿਆਨੋ, ਪਿਆਨੋਸ, ਰੇਡੀਓ, ਰੇਡੀਓਸ। ਰੇਡੀਓ ਇੱਕ ਤੇ ਰੇਡੀਓ ਜ਼ਿਆਦਾ। ਹੁਣ ਤੁਹਾਨੂੰ ਸਮਝ ਲੱਗ ਗਿਆ ਸਿੰਗੂਲਰ ਪਲੂਰਲ ਕੀ ਚੀਜ਼ ਹੈ। ਹੁਣ ਕਈ ਵਾਰ ਆਪਾਂ ਜ਼ਰੂਰੀ ਨਹੀਂ ਕਿ ਹਰ ਕਿਸੇ, ਜਿਵੇਂ ਹੁਣ ਆਹ ਮੰਨ ਲਓ ਹਾਫ ਲਿਖਿਆ, ਤੇ ਜ਼ਰੂਰੀ ਨਹੀਂ ਹੈ ਕਿ ਹਾਫ ਦਾ ਜੇ ਆਹ ਸਿੰਗੂਲਰ ਆ ਤੇ ਇਹਨੂੰ ਆਪਾਂ ਪਲੂਰਲ ਬਣਾਉਣਾ ਹੈ ਤੇ ਹਾਫ ਦਾ ਆਪਾਂ ਇੱਥੇ ਐਫ ਈ ਐਸ ਪਾਵਾਂਗੇ, ਇਹ ਤੁਹਾਡਾ ਬਿਲਕੁਲ ਗਲਤ ਹੋਏਗਾ, ਠੀਕ ਹੈ। ਇਹ ਚੀਜ਼ ਗਲਤ ਹੋਈ ਨਹੀਂ, ਐਫ ਈ ਐਸ ਨਹੀਂ ਹੋਣਾ, ਐਚ ਏ ਐਲ ਵੀ ਈ ਐਸ ਹੋਣਾ। ਕਈ ਵਾਰ ਐਫ ਤੋਂ ਬਾਅਦ ਵੀ ਬਣ ਜਾਂਦਾ ਉਹ, ਜਿਵੇਂ ਹਾਫ, ਹਾਫਸ, ਲੋਫ, ਲੋਵਸ, ਸੈਲਫ, ਸੈਲਵਸ, ਸ਼ੈਲਫ, ਸ਼ੈਲਫਸ, ਠੀਕ ਹੈ। ਐਫ ਨਹੀਂ ਕੰਟੀਨਿਊ ਹਾਂ। ਵਾਈਫ, ਵਾਈਫਸ, ਲਾਈਫ, ਲਾਈਵਸ, ਨਾਈਫ, ਨਾਈਫਸ, ਠੀਕ ਹੈ। ਇਹ ਸਿੰਗੂਲਰ ਟੂ ਪਲੂਰਲ ਹੋਈ ਜਾਂਦੇ ਆ। ਬੇਟਾ ਕੁਛ ਨਹੀਂ ਹੈ, ਬਸ ਇਦਾਂ ਹੀ। ਪਾਰਟੀ,
ਪਾਰਟੀਜ਼, ਫਲਾਈ ਪੈਨੀ ਆਰਮੀ, ਫਲਾਈਜ਼ ਪੈਨਿਸ ਆਰਮੀਜ਼। ਠੀਕ ਹੈ, ਇਹ ਹੁਣ ਜਿਵੇਂ ਬॉयज़ ਤੋਂ ਬॉयਜ਼ ਬਣ ਗਿਆ, ਮੰਕੀ ਤੋਂ ਮੰਕੀਜ਼ ਬਣ ਗਿਆ, ਟੋਏ ਤੋਂ ਟੋਇਜ਼ ਬਣ ਗਿਆ, ਡੰਕੀ ਤੋਂ ਡੰਕੀ ਬਣ ਗਿਆ। ਇਹ ਤੁਸੀਂ ਬੇਟਾ ਪੜ੍ਹ ਲੈਣੇ ਸਾਰੇ। ਠੀਕ ਹੈ, ਹੁਣ ਜਿਵੇਂ ਇਹਦੀ ਪਲੂਰਲ ਫਾਰਮ ਦਾ ਮੈਂ ਕਹਾਂ, ਜਿਵੇਂ ਆਪਾਂ ਤੁਸੀਂ ਪੜ੍ਹਦੇ ਜੀ ਨਾ ਇੱਕ ਤੋਂ ਜ਼ਿਆਦਾ ਸ਼ਬਦ, ਜਿਵੇਂ ਇੱਕ ਦਾ ਬਣ ਗਿਆ ਐਕਸ, ਟੋਮੈਟੋਜ਼, ਹੁਣ ਇੱਥੇ ਈਐਸ ਲੱਗਣਾ। ਚਾਈਲਡ ਦਾ ਚਿਲਡਰਨਸ, ਬਾਕਸਿਸ। ਠੀਕ ਹੈ, ਤੇ ਹੋਰ ਕੁਛ ਨਾਈਫ ਦਾ ਜਿਵੇਂ, ਬਾਕੀ ਤੁਸੀਂ ਆਪੇ ਕਰੋ, ਨਾਈਵਸ, ਸ਼ੀਪਸ, ਚਰਚ, ਸਟੋਰੀਜ਼। ਸਟੋਰੀ ਦਾ ਇੱਕ ਸਟੋਰੀ ਦਾ ਇਕੱਲਾ ਵਾਈ ਪੈਂਦਾ ਹੈ, ਤੇ ਸਟੋਰੀ ਜ਼ਿਆਦਾ ਕਈ ਤਾਂ RIES। ਠੀਕ ਹੈ, ਬ੍ਰਸ਼ ਦਾ ਬ੍ਰਸ਼ਿਸ, ਡਰੈਸਿਸ। ਠੀਕ ਹੈ, ES। ਸੋ ਇਹ ਤੁਸੀਂ ਕਰ ਹੀ ਲੈਣੇ ਆ। ਹੁਣ ਫਿਲ ਇਨ ਦਾ ਕਰੈਕਟ ਉਹ ਤੁਹਾਡਾ ਇਹ ਵੀ ਹੋਮਵਰਕ ਹੈ, ਤੇ ਆ ਵੀ ਤੁਹਾਡਾ ਹੋਮਵਰਕ ਹੈ, ਜਿੰਨਾ ਮੈਂ ਛੱਡ ਦੂੰਗਾ ਉਹ ਤੁਸੀਂ ਕਰਨਾ। ਫਿਲ ਇਨ ਦਾ ਕਰੈਕਟ ਪਲੂਰਲ ਫਾਰਮ ਆਫ ਦਾ ਵਰਡ। I see 3 women's there, there are 2 on the table, there are 2 knife ਦੀ ਜਗ੍ਹਾ ਤੇ ਆਪਾਂ ਕੀ ਪੜਿਆ ਸੀ, knives। ਠੀਕ ਹੈ, ਹੁਣ ਇੱਥੇ ਸਾਰੇ ਪੜ੍ਹ ਹੀ ਲੈਣੇ, ਤੁਸੀਂ ਆਪੇ ਕਰਕੇ ਵਿਖਾਇਓ ਮੈਨੂੰ। I like to eat apples, ਉਹਨੇ ਕਿਹਾ ਪਲੂਰਲ ਫਾਰਮ ਮਾਰ ਕੇ ਬਣਾਉਣੀ, ਤੇ ਐਪਲਸ ਦੀ ਜਗ੍ਹਾ ਐਪਲ ਦੀ ਜਗ੍ਹਾ, ਬਸ ਇਹਨਾਂ ਦੀ ਜਗ੍ਹਾ ਤੇ ਬੇਟਾ ਕੀ ਆਉਣਾ ਇਹ ਤੁਸੀਂ ਵੇਖਣਾ। ਠੀਕ ਹੈ, find the error in the following sentences and rewrite them correctly। ਕਹਿੰਦੇ ਇਹਨਾਂ ਦੇ ਵਿੱਚ ਇਹ ਵੀ ਤੁਹਾਡਾ ਹੋਮਵਰਕ ਹੈ ਕਿ ਇਹਨਾਂ ਦੇ ਕਿਹੜਾ ਵਿੱਚ ਇਹਨਾਂ ਦੇ ਐਰਰ। There are 3 cat under the tree। ਬੇਟਾ 3 ਇੱਕ ਤੋਂ ਜ਼ਿਆਦੀਆਂ ਕੈਟ ਹੈ ਨਾ, ਤੇ ਇੱਥੇ ਕੈਟ ਨਹੀਂ ਆਉਣਾ, ਇੱਥੇ ਕੀ ਆਉਣਾ ਹੈ, cats। ਠੀਕ ਹੈ, ਐਰਰ ਲੱਭ ਲਿਆ, rewrite them correctly, ਤੇ ਉਹਨੂੰ ਆਪਾਂ ਰੀਰਾਈਟ ਕਰਤਾ। These pencils is mine, ਹੁਣ these ਆ ਗਿਆ, pencils ਆ ਗਿਆ, ਤੇ are ਆਉਣਾ, ਫਿਰ is ਨਹੀਂ ਆਉਣਾ ਇੱਥੇ। These pencils are mine ਕਿਉਂਕਿ ਜ਼ਿਆਦੀਆਂ ਹੈ। I am afraid of dog, I am afraid of dog ਨਹੀਂ ਹੈ, of a dog ਲਿਖਿਆ ਹੁੰਦਾ ਤੇ ਫਿਰ dog ਹੋਣਾ ਹੀ, ਹੁਣ ਇੱਥੇ ਕੀ ਆਉਣਾ ਹੈ, dogs। Those child are from my class, those children are, क्योंकि R लगा सी। Mother put 3 knife on the table, knife नहीं आना, ਹੁਣ ਕੀ ਆਉਣਾ ਇੱਥੇ, knives। ठीक है, ਅੱਗੇ ਤੁਸੀਂ ਤਿੰਨੇ ਤੁਸੀਂ ਕਰਿਓ, ਤੁਹਾਨੂੰ ਕੀ ਪਤਾ ਲੱਗਾ ਇਹਦੇ ਬਾਰੇ। Make these sentences into plural and do the required changes। ਕਹਿੰਦੇ ਕੋਈ ਵੀ ਜਿਹੜਾ ਸੈਂਟੈਂਸ ਆ ਉਹਨੂੰ ਹਰ ਕੇ ਸੈਂਟੈਂਸ ਨੂੰ ਪਲੂਰਲ ਫਾਰਮ 'ਚ ਬਣਾਉਣਾ ਹੁੰਦਾ, ਜਿਵੇਂ the child flew the kite। ਠੀਕ ਹੈ, ਤੇ ਅਗਲਾ ਹੈਗਾ the woman told a wonderful story, the servant offered, ਜਿਵੇਂ ਆਇਆ servant offered water to the lady, the old woman cut the peach with the knife, the ox felt afraid of the wolf। ਜਿਵੇਂ ਜੋ ਵੀ ਸੱਤ ਹੈਗੇ ਨਾ, ਇਹਨਾਂ ਦੇ ਆਪਾਂ ਮੈਂ ਇੱਕ ਦੋ ਤੁਹਾਨੂੰ ਕਰਵਾ ਕੇ ਕਰਕੇ ਦੱਸ ਦਿੰਦਾ, ਬਾਕੀ ਤੁਸੀਂ ਕਰਨੇ ਪਲੂਰਲ ਫਾਰਮ 'ਚ ਬਣਾਉਣੇ ਆ। ਠੀਕ ਹੈ, ਤੇ ਹੁਣ ਆਪਾਂ the child flew the kite, ਤੇ child ਦੀ ਜਗ੍ਹਾ ਤੇ ਆਪਾਂ ਲਗਾਉਣਾ children, kite ਦੀ ਜਗ੍ਹਾ ਤੇ ਲਾਉਣਾ kites, the children flew the kites। ठीक है, बेटा FLEW। The woman told a wonderful story, the woman's told wonderful, ਹੁਣ A नहीं होना बेटा, स्टोरीज स्पेलिंग STORIES। ਹੁਣ ਇੱਥੇ ਮੈਂ A ਕਿਉਂ ਨਹੀਂ ਪਾਇਆ ਆਹ ਵਾਲਾ A, ਕਿਉਂਕਿ ਅਗਰ A ਪਾਉਂਦਾ ਤੇ ਫਿਰ ਇਹ ਸਿੰਗੂਲਰ 'ਚ ਹੀ ਰਹਿ ਜਾਣਾ ਸੀ। ਇਹ ਸਾਰੇ ਕੁਛ ਬੇਟਾ ਸਿੰਗੂਲਰ ਦੇ ਵਿੱਚ ਆ, ਜਿੰਨੇ ਵੀ ਆ ਇਹ ਸਾਰੇ ਕਿਹੜੇ 'ਚ ਹੈਗੇ ਨੇ, ਸਿੰਗੂਲਰ। ਆਪਾਂ ਇਹਨਾਂ ਨੂੰ ਕਾਹਦੇ 'ਚ ਕਨਵਰਟ ਕਰਨਾ ਹੈ, ਪਲੂਰਲ। ਪਲੂਰਲ ਦੇ ਵਿੱਚ ਜਿੱਥੇ ਜਿੱਥੇ ਕਾਈਟ ਹੈ ਉੱਥੇ ਕਾਈਟਸ, ਚਾਈਲਡ ਦਾ ਚਿਲਡਰਨ, ਵੂਮਨ ਦਾ ਵੂਮਨਸ, ਸਟੋਰੀ ਦਾ ਸਟੋਰੀਜ਼, ਸਰਵੈਂਟ ਦਾ servants, offered water to the ladies, old women cut the peaches with the knives, ox felt afraid of the wolves and ran away। ਇੱਥੇ wolves ਹੋਣਾ। ठीक है, yes।
oxus. The dwarf sat on the beach. The dwarfs sat on the benches. The baby is sleeping in the cot. The babies होना इथे is नहीं होना इथे होना babies are sleeping in the cots। बस ये चेंज करके तुम लिख के दे देना। ਹੁਣ ਅੱਗੇ बेटा नाउन जेंडर। जिवें ਆਪਾਂ सिंगुलर प्लूरल पढ़े नाउन जेंडर का मतलब की ਹੁੰਦਾ कि जेंडर जे एक जगह जेंडर का मतलब की ਹੁੰਦਾ कि जे बॉय है दूसरी जगह ਤੇ ਕੀ ਆਊਗਾ ਫਿਰ गर्ल। ठीक है जे सन है दूसरी जगह ਤੇ डॉटर। जेंडर का मतलब ਹੁੰਦਾ ਮੁੰਡਾ ਕੁੜੀ ਬੰਦਾ ਕੁੜੀ। ठीक है इस तरह करके मैन की जगह ਤੇ ਕੀ ਆਊਗਾ वुमेन। ठीक है इदा। On the basis of gender nouns can be classified into 4 kinds। ਕਹਿੰਦੇ ਚਾਰ ਤਰ੍ਹਾਂ ਦੇ ਹੁੰਦੇ ਆ ਕਿਹੜੇ ਨਾउन्स ਜਿਹੜੇ ਚਾਰ ਤਰ੍ਹਾਂ ਹੁੰਦੇ ਆ। ਪਹਿਲੇ ਆਪਾਂ ਦੋ ਪੜ੍ਹ ਲਈਏ। मैस्कुलिन जेंडर बेटा मैस्कुलिन M फॉर याद रखना M फॉर मेल ਤੇ मैस्कुलिन मतलब मेल वाले जेंडर ਜਿਹੜੇ ਜਿਨ੍ਹਾਂ ਤੋਂ ਵੇਖ ਕੇ ਪਤਾ ਲੱਗਦਾ ਹੈ ਕਿ ਇਹ ਬੰਦਿਆਂ ਵਾਲੇ ਜਾਂ ਮੁੰਡਿਆਂ ਵਾਲੇ ਹੋਣਗੇ। ਤੇ ਫੈਮਿਨਿਨ जेंडर F ਤੇ फीमेल feminine gender। ठीक है a noun that denotes a male is said to be। ਜਿਹੜੇ ਨਾउन ਤੋਂ ਇਹ ਪਤਾ ਲੱਗ ਜਾਏ ਕਿ ਉਹ ਇੱਕ ਮੇਲ ਆ ਠੀਕ ਹੈ ਉਹਨੂੰ ਮੈਸਕੂਲਿਨ ਜੈਂਡਰ ਕਹਾਂਗੇ। ਜਿਹੜੇ ਨਾउन ਤੋਂ ਇਹ ਪਤਾ ਲੱਗੇ ਕਿ ਉਹ ਇੱਕ ਫੈਮਿਨਿਨ ਜੈਂਡਰ ਹੈ ਤੇ ਉਹ ਫੀਮੇਲ ਹੈ ਤੇ ਉਹਨੂੰ ਆਪਾਂ ਕਹਾਂਗੇ ਫੈਮਿਨਿਨ ਜੈਂਡਰ। ਸਪੋਜ਼ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜਿਵੇਂ ਆਪਾਂ ਇੱਕ ਐਗਜ਼ਾਮਪਲ ਲਈਏ। एग्जाम्पल की लिया टॉफी साडी फेवरेट चीज टॉफी। ठीक है ਹੁਣ टॉफी ਜਦੋਂ ਆਪਾਂ ਬੋਲਦੇ ਆ ਤੇ ਆਪਾਂ ਨੂੰ ਲੱਗਦਾ ਨਾ ਕਿ ਜਿਵੇਂ ਇਹ ਫੀਮੇਲ ਕਾਈਂਡ ਆਫ ਚੀਜ਼ ਹੁੰਦੀ ਹੈ। ਠੀਕ ਹੈ ਜਿਵੇਂ ਕੀ ਐਗਜ਼ਾਮਪਲ ਦੇ ਸਕਦੇ ਤੁਹਾਨੂੰ ਆਪਾਂ ਜਿਵੇਂ ਪੈਨ ਤੇ ਪੈਨਸਿਲ। ਹੁਣ ਇਹ ਦੱਸੋ ਤੁਸੀਂ ਮੈਨੂੰ ਇੱਥੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਪੈਨ ਦਾ ਇੰਜ ਲੱਗਦਾ ਕਿ ਜਿਵੇਂ ਇਹ ਇੱਕ मतलब कि मुंडे का बिहेवियर ਹੁੰਦਾ ਤੇ ਇਹਨੂੰ ਆਪਾਂ ਮੈਸਕੂਲਿਨ ਕਹਿੰਦੇ ਆ। ਕੀ ਕਹਿੰਦੇ ਆ ਮੈਸਕੂਲਿਨ ਨਾउन। ਆਹ ਪੈਨਸਿਲ ਆ ਪੈਨਸਿਲ ਲੱਗਦਾ ਜਿਵੇਂ ਲੜਕੀ ਦੀ ਆਵਾਜ਼ ਨਿਕਲਦੀ ਜਦੋਂ ਆਪਾਂ ਨੂੰ ਪਤਾ ਲੱਗਦਾ ਨਾ ਕਿ ਇਹ ਲੜਕੀ ਤਰ੍ਹਾਂ ਇਹ ਫੀਮੇਲ ਹੋ ਗਿਆ। ਜਿਵੇਂ ਕਿੰਗ ਤੇ ਕੁਈਨ। ਹੁਣ ਬੇਟਾ ਮੈਂ ਨਾ ਤਾਂ ਕਿੰਗ ਦਾ ਨਾਮ ਦੱਸਿਆ ਕੌਣ ਹੈ ਤੇ ਨਾ ਹੀ ਕੁਈਨ ਦਾ ਨਾਮ ਦੱਸਿਆ ਕੌਣ ਬਟ किंग तो पता नहीं लगन कि कोई मेल परसन होगा। सो किंग जो वर्ड है खुद मैस्कुलिन नाउन है। क्वीन एक पता है क्वीन एक लेडी नहीं आप कहने हमेशा कि नाउन होगा फैमिनिन नाउन। ठीक है समझाऊंगी तुहानू एग्जाम्पल द वर्ड्स लाइक ब्रदर किंग मैन हस्बैंड आर मैस्कुलिन जेंडर। सिस्टर क्वीन वुमन वाइफ आर ऑफ फैमिनिन जेंडर। ठीक है समझ लग गई। चलो जी आह एग्जाम्पल देती हैं मैस्कुलिन किहड़े हुंदे फैमिनिन किहड़े हुंदे मैस्कुलिन किहड़े हुंदे फैमिनिन किहड़े हुंदे तुसीं पढ़ लेने। जिवें फादर दा की बन जूगा मदर सन दा डॉटर अंकल दा आंट। ठीक है इदां ही फॉर एनिमल्स फॉक्स दा विक्सन लाइन दा लाइनस गांडर दा गूस कॉक हैन मुर्गा मुर्गी है ना पढ़ते ना आप बुल काउ टाइगर टाइग्रेस हॉर्स मेयर। ठीक है तो और की हो सकता कि डॉग डॉग दा बिच। ठीक है पता लग गया तुहानू। बस आप लिंग बदलो जो करते हैं ना वो है लिंग बदलो। ठीक है तो वो दो पढ़ लिया आप एक पढ़िया मैस्कुलिन फैमिनिन। हुण आप पढ़ने कॉमन जेंडर ते न्यूट्रल जेंडर। द नाउन दैट कैन डिनोट बोथ मेल एंड फीमेल इज कॉल्ड कॉमन जेंडर। कि ਜਿਹੜੇ ਨਾउन ਤੋਂ ਬੜਾ ਇਹ ਪਤਾ ਲੱਗ ਜੇ ਜਿਹੜੇ ਨਾउन ਤੋਂ ਇਹ ਪਤਾ ਲੱਗ ਜੇ ਕਿ ਉਹ ਫੀਮੇਲ ਵੀ ਆ ਤੇ ਮੇਲ ਵੀ ਹੋ ਸਕਦੇ ਆ ਇਸ ਕਰਕੇ ਉਹਨੂੰ ਆਪਾਂ ਕਹਿੰਦੇ ਕਾਮਨ ਜੈਂਡਰ। ਕਾਮਨ ਜੈਂਡਰ ਮਤਲਬ ਜਿਵੇਂ ਮੰਨ ਲਓ ਮੈਂ ਕਿਸੇ ਦਾ ਨਾਮ ਲਵਾਂ ਮੈਂ ਕਿਸੇ ਨੂੰ ਕਹਾਂ ਕਿ ਇਹ ਸਿੰਗਰ ਆ। ਠੀਕ ਹੈ ਹੁਣ ਸਿੰਗਰ ਬੇਟਾ ਫੀਮੇਲ ਵੀ ਹੋ ਸਕਦੀ ਹੈ ਤੇ ਮੇਲ ਵੀ ਹੋ ਸਕਦੀ ਹੈ। ਠੀਕ ਹੈ
ਤੇ ਸੋ ਸਿੰਗਰ ਤੋਂ ਪਤਾ ਨਹੀਂ ਲੱਗਦਾ ਕੁਝ ਵੀ ਕਿ ਮੈਂ ਕਿਹਦੀ ਗੱਲ ਕਰ ਰਿਹਾ, ਇਸ ਕਰਕੇ ਦੋਵੇਂ ਹੋ ਸਕਦੇ ਤੇ ਇਹਨੂੰ ਮੈਂ ਕਹੂੰਗਾ ਕਾਮਨ ਜੈਂਡਰ। ਠੀਕ ਆ, ਜਿਵੇਂ ਹੁਣ ਜਿਵੇਂ ਮੰਨ ਲਓ ਜਿੰਨਾ ਚਿਰ ਤੁਹਾਡਾ ਟੀਚਰ, ਮੰਨ ਲਓ ਮੈਂ ਨਹੀਂ ਬੋਲਦਾ ਪਿਆ, ਮੇਰੀ ਆਵਾਜ਼ ਤੋਂ ਬਗੈਰ ਮੇਰੀ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਇੱਕ ਮੇਲ ਪਰਸਨ ਬੋਲਦਾ, ਅਗਰ ਮੈਂ ਨਾ ਬੋਲਾਂ, ਪਰ ਸਿਰਫ ਮੈਂ ਲਿਖਦਾ ਕਿ ਮੈਂ ਇੱਕ ਤੁਹਾਡਾ ਟੀਚਰ ਹਾਂ ਜਾਂ ਟੀਚਰ। ਹੁਣ ਟੀਚਰ ਆ, ਟੀਚਰ ਵਰਡ ਵਾਸਤੇ ਜਿਵੇਂ ਤੁਸੀਂ ਪੁੱਛਿਆ ਕਿ ਤੁਹਾਡੇ ਸਕੂਲ ਦੇ ਵਿੱਚ ਕਿੰਨੇ ਟੀਚਰ ਆ, ਤੁਸੀਂ ਕਹੋਗੇ ਮੰਨ ਲਓ 10 ਟੀਚਰ ਆ। ਹੁਣ 10 ਟੀਚਰ ਦੇ ਵਿੱਚ ਤਾਂ ਕਿਤੇ ਨਹੀਂ ਇਹਨਾਂ ਪਤਾ ਲੱਗਦਾ ਹੈ ਕਿ ਵਿੱਚੋਂ ਮੇਲ ਪਰਸਨ ਕਿੰਨੇ ਆ ਤੇ ਫੀਮੇਲ ਕਿੰਨੇ ਆ। ਠੀਕ ਆ, ਤੇ ਇਸ ਕਰਕੇ ਟੀਚਰ ਇੱਕ ਜਿਹੜਾ ਵਰਡ ਹੈ ਕਿਹੜਾ ਹੈ, ਕਾਮਨ ਜੈਂਡਰ। ਠੀਕ ਹੈ, ਇਹ ਕਾਮਨ ਜੈਂਡਰ ਹੋ ਗਈ। ਨਿਊਟਰਲ ਜੈਂਡਰ ਕਿਹੜੇ ਆ, ਨਾउन दैट डिनोट्स नॉन लिविंग थिंग्स। बेटा ਇਹ ਹੈਗੇ ਲਿਵਿੰਗ ਥਿੰਗਸ, ਤੁਸੀਂ ਈਵੀਐਸ ਚ ਪੜ੍ਹਦੇ ਨਾ ਲਿਵਿੰਗ ਥਿੰਗਸ ਜਿੰਦਾ, ਨਿਊਟਰਲ ਜੈਂਡਰ ਜਿਹੜੇ ਨਾਨ ਲਿਵਿੰਗ ਥਿੰਗਸ ਹੋਣ। ਠੀਕ ਹੈ, ਜਿਵੇਂ ਚੇਅਰ, ਟਰੀ। ਠੀਕ ਹੈ, ਆਹ ਲਿਖਿਆ ਗਿਆ ਚੇਅਰ, ਟਰੀ, ਮਾਊਂਟੇਨ, ਬੁੱਕ। ਠੀਕ ਹੈ, ਸਕੂਲ, ਪੈਨਸਿਲ, ਇਹ ਸਾਰੇ ਕਿਹੜੇ ਆ, ਨਿਊਟਰਲ ਜੈਂਡਰ। that denote non living things, ਜਿਨ੍ਹਾਂ ਦੇ ਜਿਹੜੇ ਨਾਨ ਲਿਵਿੰਗ ਥਿੰਗਸ ਹੋਣ, ਜਿਹੜੇ ਬੋਲ ਨਹੀਂ ਸਕਦੀਆਂ, ਚੱਲ ਨਹੀਂ ਸਕਦੀਆਂ, ਉਹ ਕੀ ਆ, ਉਹ ਕੀ ਨੇ, ਨਿਊਟਰਲ ਜੈਂਡਰ। ਤੇ ਜਿਹੜੇ ਸਾਰੇ ਕਾਮਨ ਨੇ ਉਹ ਕੀ ਨੇ, ਉਹ ਕਾਮਨ ਜੈਂਡਰ। ਸਿੰਗਰ, ਸਰਵੈਂਟ, ਆਰਫਨ, ਬੇਬੀ, ਟੀਚਰ, ਕੈਂਡੀਡੇਟ, ਮੈਂਬਰ, ਲੀਡਰ, ਪੇਰੈਂਟ। ਠੀਕ ਹੈ, ਹੁਣ ਪੇਰੈਂਟਸ ਹੈ, ਪੇਰੈਂਟ ਮੈਂ ਬੋਲੂੰਗਾ ਤੇ ਪੇਰੈਂਟਸ ਦੀ ਜਗ੍ਹਾ ਤੇ ਜਦੋਂ ਮੰਨ ਲਓ ਟੀਚਰ ਪੇਰੈਂਟ ਮੀਟਿੰਗ ਹੈ, ਉਹ ਪੇਰੈਂਟ ਦੀ ਜਗ੍ਹਾ ਤੇ ਫਾਦਰ ਵੀ ਆ ਸਕਦੇ ਤੇ ਮਦਰ ਵੀ ਆ ਸਕਦੇ। ਠੀਕ ਹੈ, ਤੇ ਇੱਕ ਕਾਮਨ ਜੈਂਡਰ। ਬਰਡ, ਫਿਸ਼, ਐਨਮੀ। ਠੀਕ ਹੈ, ਇੱਧਰ ਆ ਜਿਹੜੇ ਕੀ ਹੈ, ਜਿਹੜੇ ਚੀਜ਼ਾਂ ਬੋਲ ਨਹੀਂ ਸਕਦੀਆਂ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਪੈਨ, ਪੈਨਸਿਲ ਦੀ। ਠੀਕ ਹੈ, ਮੈਸਕੂਲਿਨ ਤੇ ਫੈਮਿਨਨ, ਬਟ ਜੈਂਡਰ ਕਿਹੜਾ ਹੈ, ਨਿਊਟਰਲ ਜੈਂਡਰ ਹੈ। ਇਹਨੂੰ ਆਪਾਂ ਆਹ ਆਵਾਜ਼ ਨਹੀਂ ਦੇਣੀ ਬਸ। ਠੀਕ ਹੈ, ਇਹ ਕਿਹੜੇ ਜੈਂਡਰ, ਨਿਊਟਰਲ ਜੈਂਡਰ। ਕਾਰ, ਪੇਪਰ, ਕੰਪਿਊਟਰ, ਟੇਬਲ ਸਾਰੇ ਪੜ੍ਹ ਲੈਣੇ ਤੁਸੀਂ। ਹੁਣ ਪਹਿਲਾਂ ਤੁਹਾਡਾ ਹੋਮਵਰਕ ਆ ਗਿਆ, ਇਹਦੇ ਵਿੱਚ ਵੀ ਹੋਮਵਰਕ ਇੱਕ ਦਿਨ ਛੱਡ ਕੇ ਬੇਟਾ ਪੜ੍ਹ ਲਿਓ, ਭਾਵੇਂ ਇੱਕ ਦਿਨ ਮੈਂ ਸੰਡੇ ਵੀ ਤੁਸੀਂ ਪੜ੍ਹ ਸਕਦੇ ਜਿਹਨੂੰ। ਚੇਂਜ ਦ ਜੈਂਡਰ ਐਂਡ ਰੀਰਾਈਟ ਦ ਫੋਲੋਇੰਗ। ਦ ਐਕਟਰਸ ਵਾਜ਼ ਵੇਅਰਿੰਗ ਬਿਊਟੀਫੁਲ ਡਰੈਸ। ਤੇ ਐਕਟਰਸ ਦੀ ਜਗ੍ਹਾ ਤੇ ਕੀ ਆਊਗਾ, ਜੈਂਡਰ। ਐਕਟਰ, ਬॉय इज माई नैफ्यू। ਤੁਸੀਂ ਇਹ ਸਾਰਾ ਲਿਖਣਾ ਹੈ। ਦ ਐਕਟਰ ਵਾਜ਼ ਵੇਅਰਿੰਗ ਅ ਬਿਊਟੀਫੁਲ ਡਰੈਸ। ਠੀਕ ਹੈ, ਦਿਸ ਬॉय इज माई नैफ्यू। ਨੈਫਿਊ ਦੀ ਜਗ੍ਹਾ ਤੇ ਕੀ ਆਊਗਾ, ਨੀਸ। The actor helped his cousin, actor, the actress। ठीक है, और आगे आप पढ़ दो। ठीक है, my uncle की जगह थे सन्स की जगह थे डॉटर। सारे जेंडर चेंज करने, लिंग बदलो। ठीक है, आप पढ़ने तो यहाँ पे करो। की लिखा है बेटा, आ तो डायवी होमवर्क है। Classify the following gender of nouns into different types and put them in their proper nouns। बेटा जिवें ਹੁਣ ਲਿਖਿਆ ਕੱਪ, ਕੱਪ ਕਿਹੜਾ ਨਾਮ ਹੈ, ਆ ਚੌਵਾਂ ਦੇ ਵਿੱਚੋਂ ਮਸਕੂਲਿਨ ਆ, ਫੈਮਿਨਿਨ ਆ, ਕਾਮਨ ਆ ਕਿ ਨਿਊਟਰਲ। ਹੁਣ ਕੱਪ ਬੋਲ ਨਹੀਂ ਸਕਦਾ। ਠੀਕ ਹੈ, ਤੇ ਇਹ ਕਿਹੜਾ ਨਾਉਨ ਹੋ ਜਾਊਗਾ, ਨਿਊਟਰਲ। ਡਕ, ਡਕ ਇੱਕ ਐਨੀਮਲ ਹੈ, ਪਰ ਡਕ ਨੂੰ ਕੀ ਹੁੰਦਾ, ਬਤਖ, ਤੇ ਇਹ ਕਿਹੜਾ ਹੈ। ਠੀਕ ਹੈ, ਫਿਰ ਕਾਰ, ਕਾਰ ਵੀ ਨਹੀਂ ਬੋਲ ਸਕਦੀ, ਇਹ ਕਿਹੜਾ ਜੈਂਡਰ ਆ ਗਿਆ, ਨਿਊਟਰਲ। ਟੀਚਰ, ਟੀਚਰ ਕਿਹੜਾ ਜੈਂਡਰ ਆ, ਕਾਮਨ ਜੈਂਡਰ। ਠੀਕ ਹੈ, ਸੀ ਪਾਤਰੀ। ਹੈਨ, ਕੌਕ ਜਿਹੜਾ ਹੁੰਦਾ ਬੇਟਾ ਮੇਲ ਹੁੰਦਾ, ਤੇ ਮੁਰਗੀ ਨੂੰ ਆਪਾਂ ਕਹਿੰਦੇ ਹੈਨ। ਠੀਕ ਹੈ, ਤੇ ਫਿਰ ਹੈਨ ਕਿਹੜਾ ਹੋ ਗਿਆ, ਫੈਮਿਨਿਨ, ਇਸ ਕਰਕੇ ਐਫ। ਕੁਈਨ, ਐਫ। ਲੀਜ਼ਰਡ, ਸਿਪਕਲੀ, ਐਫ। ਬਰਡ, ਬਰਡ ਦਾ ਕਾਮਨ। ਹੀਰੋ, ਪਤਾ ਲੱਗ ਰਿਹਾ ਹੈ ਕਿ ਹੀਰੋ ਇੱਕ ਐਕਟਰ ਦੀ ਗੱਲ ਕਰਦੇ ਪਏ, ਐਮ। ਬੁੱਲ, ਮੈਸਕੂਲਿਨ। ਪੈਨਸਲ, ਨਿਊਟਰਲ। ਕਜ਼ਨ, ਕਜ਼ਨ ਮੁੰਡਾ ਵੀ ਹੋ ਸਕਦਾ, ਕੁੜੀ ਵੀ ਹੋ ਸਕਦੀ, ਦੋਨੋਂ पे ਕਹਾਂ ਕਾਮਨ ਹੈ। ਹੋਰ ਆਰਟਿਸਟ, ਇਹ ਵੀ ਕਾਮਨ ਹੈ। ਲਾਈਨੈਸ, ਅਗਰ ਲਾਈਨ ਹੁੰਦਾ ਫਿਰ ਮੇਲ ਹੋਣਾ ਸੀ, ਉਹ ਮੈਸਕੂਲਿਨ ਹੋਣਾ ਸੀ, ਪਰ ਲਾਈਨੈਸ ਕੀ ਹੈ, ਫੀਮੇਲ ਹੈ ਤੇ। ਠੀਕ ਹੈ, ਹੋਰ ਚਲੋ ਬਾਕੀ ਆਪੇ ਕਰਿਓ। ਡਾਕਟਰ, ਡਾਕਟਰ ਕੀ ਹੋਊਗਾ ਦੱਸੋ, ਬਾਕੀ ਸਾਰਾ ਤੁਹਾਡਾ ਹੋਮਵਰਕ ਆ। ਆ ਵਿਕਸਨ ਵਗੈਰਾ ਜਿਹੜੇ ਤੁਹਾਨੂੰ ਨਹੀਂ ਪਤਾ ਵੋਲਫ ਦਾ। ਠੀਕ ਹੈ, ਵੋਲਫ ਮੇਲ ਹੁੰਦਾ, ਵਿਕਸਨ ਫੀਮੇਲ ਹੁੰਦਾ, ਸੋ ਇਹ ਫੈਮਿਨਿਨ ਨਾਉਨ ਹੈ। ਤੇ ਇੱਥੇ ਬੜਾ ਇਹਨਾਂ ਜਗ੍ਹਾ ਤੇ ਤੁਸੀਂ ਲਿਖਣੇ ਸਾਰੇ ਉਹ ਵਾਲੇ। ਹੁਣ ਇਹਨਾਂ ਦੇ ਮਤਲਬ ਪੜ੍ਹ ਲੈਣਾ ਤੁਸੀਂ ਆਪੇ। ਅੱਗੇ ਸਿਲੇਬਸ ਤੁਹਾਡਾ ਰਹਿ ਗਿਆ ਥੋੜਾ ਹੀ,
ਤੇ ਆਪਾਂ ਇਸੇ ਵੀਡੀਓ 'ਚ ਇਹ ਵੀ ਖਤਮ ਕਰ ਦਿੰਦੇ, ਠੀਕ ਹੈ। ਅੱਗੇ ਆ ਗਿਆ ਨਾउन्स। ਨਾउन्स ਕਿਹੜੇ ਆ ਗਏ? ਪੋਸੈਸਿਵ, ਐਕਟਿਵ ਤੇ ਪੋਸੈਸਿਵ, ਠੀਕ ਹੈ। ਕਹਿੰਦੇ ਉਹ ਨਾउन्स ਵੀ ਯੂਜ਼ ਪੋਸੈਸਿਵ ਨਾउन्स ਟੂ ਸ਼ੋ ਓਨਰਸ਼ਿਪ ਐਂਡ ਪੋਸੈਸ਼ਨ, ਜਿੱਥੇ ਆਪਾਂ ਓਨਰਸ਼ਿਪ ਜਿਹੜਾ ਆਪਣਾ ਕਬਜ਼ਾ ਆਪਣਾ ਵਿਖਾਉਣਾ ਵੀ, ਜਿਵੇਂ ਘਰ ਹੈ ਘਰ ਦੀ ਓਨਰਸ਼ਿਪ ਵਿਖਾਉਣੀ ਹੋਵੇ ਤੇ ਉਹਨੂੰ ਕਿਹੜੇ ਨਾउन्स ਯੂਜ਼ ਕਰਦੇ ਹਾਂ ਤੇ ਆਪਾਂ ਪੋਸੈਸਿਵ। ਟੂ ਫਾਰਮ ਪੋਸੈਸਿਵ ਨਾउन ਵੀ ਐਡ ਦਾ ਅਪੋਸਟ੍ਰੋਫ, ਅਪੋਸਟ੍ਰੋਫ ਬੜਾ ਹੁੰਦਾ ਆ ਵਾਲਾ, ਜਿਵੇਂ ਬॉयਜ਼, ਇੱਥੇ ਪੋਸਟ ਬॉयਜ਼ ਐਟੀਟਿਊਡ, ਠੀਕ ਹੈ। ਤੇ ਆ ਜਿਹੜਾ ਅਪੋਸਟ੍ਰੋਫ ਐਸ ਯੂਜ਼ ਕਰਦੇ ਹਾਂ ਆਪਾਂ, we add the apostrophe and s to the singular and plural nouns at the end with the s। ਹੁਣ ਆਪਾਂ ਬੇਟਾ ਤੁਹਾਨੂੰ ਸੁਣਾਉਂਦੇ ਹਾਂ, ਜਿਵੇਂ ਐਗਜ਼ਾਮਪਲ ਰੋਹਨ ਸਟੋਰ, ਸਪੈਸ਼ਲੀ ਦੱਸਣਾ ਹੋ, ਜਿਵੇਂ ਮੰਨ ਲਓ ਮੈਂ ਪੁੱਛਣਾ ਇਹ ਸ਼ਾਪ ਕਿਹਦੀ ਆ, ਠੀਕ ਹੈ, ਤੁਸੀਂ ਕੀ ਕਹੋਗੇ? ਮਾਈ ਫਾਦਰਸ ਸ਼ਾਪ, ਠੀਕ ਹੈ। ਹੁਣ ਮਾਈ ਫਾਦਰ ਸ਼ਾਪ ਨਹੀਂ ਕਹੋਗੇ, ਮਾਈ ਫਾਦਰਸ ਸ਼ਾਪ, ਇਹਦਾ ਮਤਲਬ ਕਿ ਤੁਸੀਂ ਉਸ ਦੁਕਾਨ ਦੀ ਓਨਰਸ਼ਿਪ ਦੱਸ ਰਹੇ ਜਾਂ ਦੁਕਾਨ ਦੀ ਓਨਰਸ਼ਿਪ, ਦੁਕਾਨ ਦਾ ਮਾਲਿਕ ਕੌਣ ਹੈ? ਤੁਹਾਡੇ ਫਾਦਰ, ਠੀਕ ਹੈ। ਕੈਟਸ ਬਾਉਲ, ਬਿੱਲੀ ਦੀ ਕੌਲੀ, ਠੀਕ ਹੈ। ਰਾਮਸ ਬੁੱਕ, ਠੀਕ ਹੈ। ਹੁਣ ਬੇਟਾ ਆ ਮੈਂ ਲਿਖਾ ਰਾਮ ਬੁੱਕ, ਆਹ ਕੋਈ ਸੈਂਸ ਨਹੀਂ ਨਾ ਬਣੀ, ਤਾਂ ਰਾਮਸ ਬੁੱਕ, ਰਾਮਸ ਦਾ ਬੁੱਕ ਦਾ ਅਪੋਸਟ੍ਰੋਫਿਸ ਲਾਉਣ ਦਾ ਮਤਲਬ ਇਹ ਹੈ ਕਿ ਰਾਮ ਦੀ ਬੁੱਕ ਹੈ, ਠੀਕ ਹੈ। ਬੁੱਕ ਕਿਹਦੀ ਹੈ? ਰਾਮ ਦੀ, ਠੀਕ ਹੈ। ਰੂਲ ਇਹ ਯਾਦ ਰੱਖਣੇ, ਜਿਵੇਂ read the following sentence, this car belongs to my father, this sentence can also be written as, ਕਹਿੰਦੇ ਐਡਾ ਲੰਮਾ ਸੈਂਟੈਂਸ ਬੋਲਣ ਤੋਂ ਚੰਗਾ ਕਿ this car belongs to my father, ਤਾਂ ਆਪਾਂ ਕੀ ਲਿਖ ਸਕਦੇ ਹਾਂ? this is my father's apostrophe s। ਆਹ ਵਾਲੀ ਚੀਜ਼ ਬੜਾ ਤੁਹਾਨੂੰ ਦੱਸ ਰਿਹਾ ਬਾਰ ਬਾਰ ਕਿ ਜਿਹੜਾ ਆਹ apostrophe s ਹੈ ਨਾ, ਇਹ ਯੂਜ਼ ਕਰਦੇ ਹਾਂ father's car, ਠੀਕ ਹੈ। apostrophe s ਕੀ ਕਿਹੜਾ ਨਾउन ਹੈ? ਪੋਸੈਸਿਵ ਨਾउन। ਜਦੋਂ ਆਪਾਂ ਅਪੋਸਟ੍ਰੋਫੀ ਐਸ ਯੂਜ਼ ਕਰ ਲੈਂਦੇ ਹਾਂ ਤੇ ਉਹਨੂੰ ਕਿਹੜਾ ਨਾउन ਬੋਲਦੇ ਹਾਂ ਆਪਾਂ? ਪੋਸੈਸਿਵ ਨਾउन, ਜਿਹੜਾ ਕਿ ਸਪੈਸ਼ਲੀ ਦੱਸਦਾ ਹੈ ਓਨਰਸ਼ਿਪ, ਠੀਕ ਹੈ। ਤੁਹਾਡੇ ਸਮਝਣ ਲਈ ਸਾਰਾ ਕੁਝ ਸਿੰਪਲ ਹੀ ਚੀਜ਼ਾਂ। ਹੁਣ ਇੱਥੇ ਆ ਤੁਸੀਂ ਸਾਰੇ ਵੇਖੋ ਧਿਆਨ ਨਾਲ, ਲੁੱਕ ਐਟ ਦ ਸਮ ਅਦਰ ਐਗਜ਼ਾਮਪਲਸ, ਦ ਕਲੋਥਸ ਆਫ ਮਾਈ ਬ੍ਰਦਰ ਆਰ ਡਰਟੀ, ਮਾਈ ਬ੍ਰਦਰਸ ਕਲੋਥਸ ਆਰ ਡਰਟੀ। ਆਹ ਚੀਜ਼ ਜਿਹੜੀ ਅਪੋਸਟ੍ਰੋਫੀ ਐਸ ਲੱਗ ਗਈ ਨਾ, ਇਹਨੇ ਕੀ ਦੱਸਦਾ? ਓਨਰਸ਼ਿਪ, ਕਿਹਦੇ ਕਲੋਥਸ ਆ ਉਹ? ਬ੍ਰਦਰ ਦੇ। ਮਾਈ ਫਾਦਰਸ ਬ੍ਰਦਰ ਇਜ਼ ਅ ਡਾਕਟਰ, ਮੇਰੇ ਪਿਤਾ ਜੀ ਦਾ ਬ੍ਰਦਰ ਜਿਹੜਾ ਹੈ ਡਾਕਟਰ ਆ। ਦ ਲੰਚ ਬਿਲੋਂਗਿੰਗ ਟੂ ਮਾਈ ਟੀਚਰ, ਮਾਈ ਟੀਚਰਸ ਲੰਚ, ਬਸ। ਮਾਈ ਮਦਰਸ ਸਿਸਟਰਸ ਇਜ਼ ਅ ਟੀਚਰ, ਮਾਈ ਸੰਸ ਰੂਮ, ਬੜਾ ਅਪੋਸਟ੍ਰੋਫੀ ਐਸ ਦਾ ਸਮਝ ਲੱਗ ਗਈ। ਆ ਬਿੰਦੀ ਨੂੰ ਅਪੋਸਟ੍ਰੋਫੀ ਐਸ ਕਹਿੰਦੇ ਆਪਾਂ, ਠੀਕ ਹੈ। ਇਹ ਜਿੱਥੇ ਲੱਗਦਾ ਹੈ ਉਹ ਨਾउन ਜਿਹੜੇ ਨੂੰ ਕਿਹੜਾ ਆਪਾਂ ਕਹਿੰਦੇ ਆ? ਪੋਸੈਸਿਵ ਨਾउन, ਠੀਕ ਹੈ। The phone that belongs to Anita, this phone is Anita's phone, that is ਜਾਂ the phone that belongs to Anita, ਜਿਹੜਾ ਫੋਨ ਅਨੀਤਾ ਨੂੰ ਬਿਲੋਂਗ ਕਰੂਗਾ ਤੁਹਾਨੂੰ ਕੀ ਕਹਾਂਗੇ ਆਪਾਂ? Anita's phone, ਠੀਕ ਆ। The tools that belong to my dad, my dad's, ਜਾਂ my father's tools ਜਾਂ my dad's tools, ਇੱਥੇ ਆ ਗਿਆ, ਠੀਕ ਹੈ। ਜਿੰਦੇ ਬਾਰੇ ਦੱਸਣਾ ਕਿ ਉਹਦੀ ਚੀਜ਼ ਆ, ਠੀਕ ਹੈ। The guitar that belongs to Jim, ਸੋ ਇੱਥੇ ਕੀ ਕਹਾਂਗੇ? Jim's guitar, ਠੀਕ ਹੈ। ਉਹ ਨਾਮ ਦੇ ਨਾਲ ਤੇ ਕਿਹੜਾ ਨਾਮ ਯੂਜ਼ ਕਰਦੇ ਪਏ? ਪੋਸੈਸਿਵ। ਆ ਤੁਸੀਂ ਦੋਵੇਂ ਕਰਨੇ ਆ, ਠੀਕ ਹੈ। ਜਿਹਦੀ ਚੀਜ਼ ਆ ਉਹਦੇ ਨਾਂ ਦੇ ਨਾਲ ਅਪੋਸਟ੍ਰੋਫੀ ਐਸ ਟੁਕ ਦੇਣਾ, ਠੀਕ ਹੈ, ਲੱਗ ਜਾਣਾ। This is dash books, Radha's textbook, ठीक है। That girl's shirt is pink, that girl's shirt is pink, ठीक है। ये भी पढ़ लेने तुझी। The dog's tail is dirty, और lunch, Tuesday's so lunch is delicious, ठीक है। Are these coins,
ठीक है। ਹੁਣ ਤੁਹਾਨੂੰ ਮੇਰੇ ਹਿਸਾਬ ਨਾਲ ਸਮਝ ਲੱਗ ਹੀ ਰਿਹਾ ਹੋਊਗਾ, ਬਾਰ-ਬਾਰ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹੈ। ਠੀਕ ਹੈ, ਤੇ ਜ਼ਿਆਦਾਤਰ ਹੁਣ ਕਹਿੰਦੇ ਕਿ ਸਿੰਗੂਲਰ ਨਾउन ਦੇ ਨਾਲ ਹੀ ਆਪਾਂ ਜਿਹੜਾ ਅਪੋਸਟ੍ਰੋਫੀ ਐਸ ਯੂਜ਼ ਕਰਦੇ ਹਾਂ। ਤੇ ਹੁਣ ਜਿਵੇਂ ਦ ਸਟੇਬਲ ਇਜ਼ ਕਲੀਨ, ਦ ਹਾਰਸ, ਠੀਕ ਹੈ। यूनिफॉर्म नीड्स टू बी वॉश्ड, किहदी यूनिफॉर्म, नाम लिखा नाल अनुस यूनिफॉर्म। द टैडी बियर इज ब्रांड न्यू, द बेबीज, इदां बेटा क्वेश्चन आने तुहानूं, ठीक है। Rewrite the each of the following noun phrases using are, the pain of the runner's pain, ठीक है। आओ कोशिश करो करने की, ना होगा तो मैं करवा दूंगा, ठीक है। जिवें द पेट्स ऑफ एवरीवन, इत्थे की लिखांगे आपां, एवरीवनस पेट जां एवरीवनस पेट्स, द पेट, इत्थे यस नहीं होना। द स्पीड ऑफ द कार, द कार्स स्पीड, समझ लग रही बेटा। जिहदे बारे हुण स्पीड किहदी आ, कार दी, ते कार दे नाल की लग जूगा अपोस्ट्रोफी एस, स्पीड ऑफ द कार्स, ठीक है। द रोर ऑफ द ओशन, ओशन की आवाज़, गड़गड़ाहट जो भी है, ठीक है। तो किहदी है वो, ओशन की, तो फिर ओशियंस रोर, ठीक है। एक्सपीरियंस ऑफ द मैनेजर, किहदा एक्सपीरियंस है, मैनेजर का, मैनेजर्स एक्सपीरियंस, समझ आई। द प्लान ऑफ द कमेटी, किहदा प्लान है, कमेटी का, कमेटीज प्लान, ठीक है। सो ये अपना एंड हो गया इत्थे सारे इंग्लिश ग्रामर का। तुसीं ध्यान नाल पढ़ो, तो ये तुहाडे पेपर 'च होना, ऐतवार तक करो सारा कुछ, फिर आपां मंडे तो रिवीजन शुरू करनी है मैथमेटिक्स एंड इंग्लिश की दोनों की, ठीक है। तो थैंक यू, हैव अ नाइस डे।